ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। वर्ल्ड न्यूज़ देख रहे सारे दर्शकों का स्वागत है। मैं हाँ गुरिंदर सिंह। खबरों की शुरुआत कर लेंदे हां हैडलाइनस दे नाल। इजराइल ने खान यूनिस ਅਤੇ ਮੱਧ ਗਾਜ਼ਾ ਦੇ ਵਿੱਚ ਆਪਣੀ ਫੌਜੀ ਕਾਰਵਾਈ ਨੂੰ ਕੀਤਾ ਹੋਰ ਤੇਜ਼। ਜੰਗ ਕਾਰਨ ਹੁਣ ਤੱਕ 23,357 ਲੋਕਾਂ ਦੀ ਮੌਤ ਦੀ ਹੋ ਚੁੱਕੀ ਹੈ ਪੁਸ਼ਟੀ। ਨੇਤਨਯਾਹੂ ਨੇ ਹਮਾਸ ਉੱਤੇ ਫਲਸਤੀਨੀਆਂ ਨੂੰ ਮਨੁੱਖੀ ਢਾਲ ਵਜੋਂ ਵਰਤਣ ਦਾ ਲਾਇਆ ਹੈ ਦੋਸ਼। ਇਕਵਾਡੋਰ ਦੇ ਵਿੱਚ ਸਰਕਾਰ ਅਤੇ ਡਰੱਗ ਮਾਫੀਆ ਦੇ ਵਿਚਕਾਰ ਖਿੱਚੋਤਾਣ ਜਾਰੀ। ਹਾਲਾਤ ਕਾਬੂ ਤੋਂ ਬਾਹਰ, ਆਮ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ। ਨਵੇਂ ਸਾਲ ਦੇ ਵਿੱਚ ਰੂਸ ਨੇ ਯੂਕਰੇਨ ਉੱਤੇ ਆਪਣੇ ਹਮਲਿਆਂ ਨੂੰ ਕੀਤਾ ਹੋਰ ਤੇਜ਼। ਜੰਗ ਕਾਰਨ ਹੋ ਰਹੀਆਂ ਆਮ ਲੋਕਾਂ ਦੀਆਂ ਮੌਤਾਂ ਉੱਤੇ UN ਨੇ ਪ੍ਰਗਟਾਈ ਚਿੰਤਾ। ਪਾਕਿਸਤਾਨ ਦੇ ਇੱਕ ਹਾਈ ਕੋਰਟ ਨੇ ਸਾਈਫਰ ਮਾਮਲੇ ਦੇ ਵਿੱਚ ਕੈਮਰਾ ਟ੍ਰਾਇਲ ਰਾਹੀਂ ਸੁਣਵਾਈ ਉੱਤੇ ਲੱਗੀ ਰੋਕ ਨੂੰ ਹਟਾਇਆ। 14 ਦਸੰਬਰ ਤੋਂ ਬਾਅਦ ਹੋਈਆਂ ਸਾਰੀਆਂ ਸੁਣਵਾਈਆਂ ਨੂੰ ਦਿੱਤਾ ਅਯੋਗ ਕਰਾਰ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਦੱਖਣੀ ਅਮਰੀਕਾ ਦਾ ਦੇਸ਼ ਇਕਵਾਡੋਰ ਵੱਡੇ ਸੰਕਟ ਦੇ ਵਿੱਚ ਫਸ ਚੁੱਕਿਆ ਹੈ। ਹਾਲਾਤ ਕਾਬੂ ਤੋਂ ਬਾਹਰ ਹੋ ਚੁੱਕੇ ਨੇ। ਸਰਕਾਰੀ ਮਸ਼ੀਨਰੀ ਅਤੇ ਡਰੱਗ ਮਾਫੀਆ ਵਿਚਕਾਰ ਖਿੱਚੋਤਾਣ ਵੱਧ ਚੁੱਕੀ ਹੈ। ਆਏ ਦਿਨ ਕਤਲ ਹੋ ਰਹੇ ਨੇ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਕਿਡਨੈਪ ਕੀਤਾ ਜਾ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ। ਇਸ ਖਾਸ ਰਿਪੋਰਟ ਰਾਹੀਂ ਤੁਹਾਨੂੰ ਅਸੀਂ ਇਕਵਾਡੋਰ ਦੇ ਹਾਲਾਤਾਂ ਬਾਰੇ ਜਾਣੂ ਕਰਵਾ ਰਹੇ ਹਾਂ। ਕਾਨੂੰਨ ਦੀ ਸਥਾਪਤੀ ਅਤੇ ਲੋਕਾਂ ਦੇ ਵਿੱਚ ਭਰੋਸਾ ਪੈਦਾ ਕਰਨ ਦੇ ਲਈ ਪਿਛਲੇ ਦਿਨੀ ਸੈਂਕੜੇ ਸਿਪਾਹੀਆਂ ਨੇ ਰਾਜਧਾਨੀ ਕੁਵੇਟਾ ਵਿੱਚ ਗਸ਼ਤ ਕੀਤੀ। ਛੋਟੇ ਦੱਖਣੀ ਅਮਰੀਕੀ ਦੇਸ਼ ਇਸ ਵੇਲੇ ਅੰਤਰਰਾਸ਼ਟਰੀ ਕਾਰਟੈਲਾਂ ਦੁਆਰਾ ਸਾਲਾਂ ਤੋਂ ਵੱਧ ਰਹੇ ਨਿਯੰਤਰਣ ਤੋਂ ਬਾਅਦ ਸੰਕਟ ਦੇ ਵਿੱਚ ਫਸੇ ਹੋਏ ਨੇ, ਜੋ ਸੰਯੁਕਤ ਰਾਜਾਂ ਅਤੇ ਯੂਰਪ ਨੂੰ ਕੋਕੀਨ ਭੇਜਣ ਲਈ ਆਪਣੀਆਂ ਬੰਦਰਗਾਹਾਂ ਦੀ ਵਰਤੋਂ ਕਰਦੇ ਨੇ। ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਨਾਰਕੋ ਬੌਸ ਜੋਸ ਅਡੋਲਫੋ ਮੇਕੀਆਸ, ਜਿਸ ਨੂੰ ਉਪਨਾਮ ਫੀਟੋ ਦੇ ਨਾਲ ਜਾਣਿਆ ਜਾਂਦਾ ਹੈ, ਉਸ ਦੇ ਜੇਲ੍ਹ ਤੋਂ ਭੱਜਣ ਦੀ ਐਤਵਾਰ ਨੂੰ ਪ੍ਰਕਾਸ਼ਿਤ ਹੋਈ ਖਬਰ ਨੇ ਵੱਡੀ ਚਿੰਤਾ ਖੜੀ ਕਰ ਦਿੱਤੀ ਹੈ। ਸੋਮਵਾਰ ਨੂੰ ਰਾਸ਼ਟਰਪਤੀ ਡੈਨੀਅਲ ਨੋਬੋਆ ਨੇ ਐਮਰਜੈਂਸੀ ਦੀ ਸਥਿਤੀ ਅਤੇ ਰਾਤ ਦੇ ਸਮੇਂ ਕਰਫਿਊ ਲਗਾਇਆ, ਪਰ ਗਰੋਹਾਂ ਨੇ ਜੰਗ ਦੇ ਐਲਾਨ ਦੇ ਨਾਲ ਜਵਾਬੀ ਹਮਲਾ ਕੀਤਾ। ਨਾਗਰਿਕਾਂ ਅਤੇ ਸੁਰੱਖਿਆ ਬਲਾਂ ਨੂੰ ਮਾਰਨ ਦੀ ਧਮਕੀ ਦਿੱਤੀ। ਉਹਨਾਂ ਨੇ ਕਈ ਜੇਲ੍ਹ ਦੰਗੇ ਵੀ ਭੜਕਾਏ। ਜਨਤਕ ਥਾਵਾਂ ਉੱਤੇ ਹਮਲੇ ਕੀਤੇ ਗਏ, ਜਿਸ ਦੇ ਵਿੱਚ ਘੱਟੋ-ਘੱਟ 14 ਲੋਕ ਮਾਰੇ ਗਏ ਨੇ। ਜੇਲ੍ਹ ਅਥਾਰਟੀ ਨੇ ਕਿਹਾ ਹੈ ਕਿ 100 ਤੋਂ ਵੱਧ ਜੇਲ੍ਹ ਗਾਰਡ ਅਤੇ ਪ੍ਰਸ਼ਾਸਨਿਕ ਸਟਾਫ ਨੂੰ ਕੈਦ ਕਰ ਲਿਆ ਗਿਆ ਹੈ। ਗਵਾਈਕਿਲ ਦੇ ਬੰਦਰਗਾਹ ਸ਼ਹਿਰ ਦੇ ਵਿੱਚ ਬਾਲਕਲਾਵਾ ਪਹਿਨੇ ਹਮਲਾਵਰ ਨੇ ਮੰਗਲਵਾਰ ਨੂੰ ਇੱਕ ਟੀਵੀ ਸਟੇਸ਼ਨ ਉੱਤੇ ਧਾਵਾ ਬੋਲਿਆ ਅਤੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਇੱਥੇ ਹਮਲਾਵਰਾਂ ਨੇ ਟੀਵੀ ਚੈਨਲ ਦੇ ਮੁਲਾਜ਼ਮਾਂ ਨੂੰ ਕੈਦ ਕੀਤਾ ਅਤੇ ਗੋਲੀਆਂ ਦੇ ਨਾਲ ਡਰਾਇਆ। ਸਥਾਨਕ ਮੀਡੀਆ ਨੇ ਦੱਸਿਆ ਹੈ ਕਿ ਹਮਲਾਵਰਾਂ ਵਿੱਚੋਂ ਕੁਝ ਦੀ ਉਮਰ ਤਾਂ 16 ਸਾਲ ਦੇ ਕਰੀਬ ਸੀ। ਇਸ ਹਮਲੇ ਨੇ ਖਾਸ ਤੌਰ ਉੱਤੇ ਆਮ ਆਬਾਦੀ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਬਹੁਤਿਆਂ ਨੇ ਕੰਮ ਛੱਡ ਦਿੱਤਾ ਅਤੇ ਘਰ ਦੀ ਸੁਰੱਖਿਆ ਲਈ ਕੰਮਕਾਰ ਬੰਦ ਕਰ ਦਿੱਤੇ ਨੇ। ਲੋਕਾਂ ਵਿੱਚ ਸਹਿਮ ਹੈ ਅਤੇ ਆਖ ਰਹੇ ਨੇ ਕਿ ਅੱਜ ਅਸੀਂ ਸੁਰੱਖਿਅਤ ਨਹੀਂ ਹਾਂ, ਕੁਝ ਵੀ ਹੋ ਸਕਦਾ ਹੈ। ਕਿਓਟਾ ਦੇ ਵਿੱਚ ਇੱਕ 53 ਸਾਲਾ ਸੁਰੱਖਿਆ ਗਾਰਡ ਲੂਇਸ ਚਿਲੀਗਾਨੋ ਨੇ ਕਿਹਾ ਹੈ ਕਿ ਉਹ ਅਪਰਾਧੀਆਂ ਜਿਨ੍ਹਾਂ ਕੋਲ ਬਿਹਤਰ ਹਥਿਆਰ ਨੇ, ਉਹਨਾਂ ਦਾ ਸਾਹਮਣਾ ਕਰਨ ਦੀ ਬਜਾਏ ਲੁਕਣ ਦੀ ਚੋਣ ਕਰਨਾ ਜ਼ਿਆਦਾ ਠੀਕ ਹੈ। 36 ਸਾਲਾ ਰਾਸ਼ਟਰਪਤੀ ਨੇ ਉਹਨਾਂ ਅਪਰਾਧਿਕ ਸਮੂਹਾਂ ਨੂੰ ਬੇਅਸਰ ਕਰਨ ਦੇ ਹੁਕਮ ਦਿੱਤੇ ਸਨ, ਜਿਨ੍ਹਾਂ ਦੀ ਗਿਣਤੀ ਲਗਭਗ 20,000 ਸੂਚੀਬੱਧ ਕੀਤੀ ਗਈ ਹੈ। ਨੋਬੋਆ ਨੇ ਬੁੱਧਵਾਰ ਨੂੰ ਰੇਡੀਓ ਕੈਨੇਲਾ ਨੂੰ ਕਿਹਾ ਹੈ ਕਿ ਅਸੀਂ ਯੁੱਧ ਦੀ ਸਥਿਤੀ ਦੇ ਵਿੱਚ ਹਾਂ ਅਤੇ ਅਸੀਂ ਇਹਨਾਂ ਅੱਤਵਾਦੀ ਸਮੂਹਾਂ ਅੱਗੇ ਹਾਰ ਨਹੀਂ ਮੰਨ ਸਕਦੇ। ਇਹਨਾਂ ਅੱਤਵਾਦੀ ਸੰਗਠਨਾਂ ਨੂੰ ਹਰਾ ਕੇ ਹਟਾਂਗੇ। ਨੋਬੋਆ ਨੇ ਕਿਹਾ ਹੈ ਕਿ ਅਸੀਂ ਜੋ ਲੜਾਈ ਲੜ ਰਹੇ ਹਾਂ, ਪਹਿਲਾਂ ਇਸ ਲੜਾਈ ਨੂੰ ਕਿਸੇ ਨੇ ਨਹੀਂ ਲੜਿਆ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੇ ਤਾਂ ਦੇਸ਼ ਦੀ ਵਿਗੜਦੀ ਸਥਿਤੀ ਦੇ ਨਾਲ-ਨਾਲ ਇਕਵਾਡੋਰ ਦੇ ਲੋਕਾਂ ਦੇ ਜੀਵਨ ਉੱਤੇ ਇਸ ਦੇ ਵਿਨਾਸ਼ਕਾਰੀ ਪ੍ਰਭਾਵ ਤੋਂ ਬਹੁਤ ਚਿੰਤਾ ਪ੍ਰਗਟਾਈ ਹੈ। ਇਕਵਾਡੋਰ ਦੇ ਵਿੱਚ ਚੀਨ ਦੇ ਦੂਤਾਵਾਸ ਅਤੇ ਵਣਜ ਦੂਤਘਰਾਂ ਨੇ ਜਨਤਾ ਦੇ ਲਈ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਨੇ, ਜਦੋਂ ਕਿ ਫਰਾਂਸ ਅਤੇ ਰੂਸ ਨੇ ਨਾਗਰਿਕਾਂ ਨੂੰ ਦੇਸ਼ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਪੇਰੂ ਨੇ ਇਕਵਾਡੋਰ ਦੇ ਨਾਲ ਲੱਗਦੀ ਆਪਣੀ ਸਰਹੱਦ ਉੱਤੇ ਐਮਰਜੈਂਸੀ ਦੀ ਘੋਸ਼ਣਾ ਕੀਤੀ। ਸਰਹੱਦ ਨੂੰ ਸੁਰੱਖਿਅਤ ਕਰਨ ਦੇ ਲਈ ਵਾਧੂ 500 ਪੁਲਿਸ ਅਤੇ ਫੌਜੀ ਭੇਜੇ ਗਏ ਨੇ। ਕੋਲੰਬੀਆ ਦੀ ਫੌਜ ਨੇ ਵੀ ਐਲਾਨ ਕੀਤਾ ਹੈ ਕਿ ਉਹ ਸਰਹੱਦੀ ਸੁਰੱਖਿਆ ਨੂੰ ਵਧਾ ਰਹੀ ਹੈ। ਇਕਵਾਡੋਰ ਦੁਨੀਆ ਦੇ ਦੋ ਸਭ ਤੋਂ ਵੱਡੇ ਕੋਕੀਨ ਉਤਪਾਦਕ ਕੋਲੰਬੀਆ ਅਤੇ ਪੇਰੂ ਦੇ ਨਾਲ ਲੱਗਦਾ ਹੈ।
ਗੁਆਕਲ ਬੰਦਰਗਾਹ, ਜਿੱਥੋਂ ਜ਼ਿਆਦਾਤਰ ਦਵਾਈਆਂ ਵਿਦੇਸ਼ਾਂ ਦੇ ਵਿੱਚ ਭੇਜੀਆਂ ਜਾਂਦੀਆਂ ਨੇ, ਉਹਨਾਂ ਨੂੰ ਕਮਜ਼ੋਰ ਨਿਯੰਤਰਣ ਵਜੋਂ ਵੇਖਿਆ ਜਾਂਦਾ ਹੈ। ਇਹ ਕੋਲੰਬੀਆ, ਮੈਕਸੀਕੋ ਅਤੇ ਯੂਰਪ ਤੋਂ ਵਿਦੇਸ਼ੀ ਮਾਫੀਆ ਨੂੰ ਖਿੱਚਦਾ ਹੈ, ਜੋ ਸਥਾਨਕ ਗੈਂਗਾਂ ਦੇ ਨਾਲ ਗੱਠਜੋੜ ਕਰਦੇ ਨੇ, ਜੋ ਨਸ਼ੀਲੇ ਪਦਾਰਥਾਂ ਦੇ ਮੁਨਾਫੇ ਦੇ ਰੂਟਾਂ ਨੂੰ ਕੰਟਰੋਲ ਕਰਨ ਲਈ ਬੇਰਹਿਮੀ ਨਾਲ ਲੜਾਈ ਲੜਦੇ ਨੇ। ਜ਼ਿਆਦਾਤਰ ਹਿੰਸਾ ਜੇਲ੍ਹਾਂ ਦੇ ਵਿੱਚ ਕੇਂਦਰਿਤ ਹੈ, ਜਿੱਥੇ ਫਰਵਰੀ 2021 ਤੋਂ ਲੈ ਕੇ ਹੁਣ ਤੱਕ ਕੈਦੀਆਂ ਵਿਚਕਾਰ ਝੜਪਾਂ ਦੇ ਵਿੱਚ 460 ਤੋਂ ਵੱਧ ਕੈਦੀ ਮਾਰੇ ਗਏ ਨੇ। ਕਈਆਂ ਦੇ ਸਿਰ ਕਲਮ ਕੀਤੇ ਗਏ ਨੇ ਜਾਂ ਜ਼ਿੰਦਾ ਸਾੜ ਦਿੱਤੇ ਗਏ। 2018 ਤੋਂ 2022 ਤੱਕ ਦੇਸ਼ ਦੇ ਵਿੱਚ ਕਤਲ ਦੀ ਦਰ ਚੌਗੁਣੀ ਹੋ ਚੁੱਕੀ ਹੈ ਅਤੇ ਪਿਛਲਾ ਸਾਲ 7800 ਕਤਲਾਂ ਦੇ ਨਾਲ ਸਭ ਤੋਂ ਉੱਪਰ ਰਿਹਾ ਹੈ। ਨੋਬੋਆ ਨੇ ਕਿਹਾ ਹੈ ਕਿ ਉਹ 22 ਅਪਰਾਧਿਕ ਸਮੂਹਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਲੋਸ ਚੋਨੇਰੋਸ, ਲੋਸ ਲੋਬੋਸ ਅਤੇ ਟਿਗੋਰਨਸ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਸ ਚੋਨੇਰੋ ਦਾ ਨੇਤਾ ਫਿਟੋ ਪਿਛਲੇ 12 ਸਾਲਾਂ ਤੋਂ ਗੁਆਕਿਲ ਵਿੱਚ ਆਪਣੀ ਜੇਲ੍ਹ ਸੈੱਲ ਤੋਂ ਆਪਣੇ ਫਰਾਰ ਹੋਣ ਤੱਕ ਅਪਰਾਧਿਕ ਉਦਮ ਦੀ ਅਗਵਾਈ ਕਰ ਰਿਹਾ ਸੀ। ਮੰਗਲਵਾਰ ਨੂੰ ਅਧਿਕਾਰੀਆਂ ਨੇ ਕਿਹਾ ਹੈ ਕਿ ਇੱਕ ਹੋਰ ਨਾਰਕੋ ਬੌਸ ਲਾਸ ਲੋਬੋਸ ਨੇਤਾ ਫੈਬਰੀਸੀਓ ਕੋਲਨ ਪਿਕੋ ਵੀ ਇਕਵਾਡੋਰ ਦੇ ਅਟਾਰਨੀ ਜਨਰਲ ਦੀ ਹੱਤਿਆ ਦੀ ਸਾਜ਼ਿਸ਼ ਦੇ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਦੇ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਬਚ ਗਿਆ ਸੀ। ਬਿਊਰੋ ਰਿਪੋਰਟ। ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ਼ ਡੂਡਾ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਆਰਾਮ ਨਹੀਂ ਕਰਨਗੇ ਜਦੋਂ ਤੱਕ ਸਾਬਕਾ ਗ੍ਰਹਿ ਮੰਤਰੀ ਮਾਰੀਉਸ ਕਾਮਿਨਸਕੀ ਅਤੇ ਉਹਨਾਂ ਦੇ ਡਿਪਟੀ ਮੈਸੀਜ ਵਾਸਿਕ ਨੂੰ ਹਿਰਾਸਤ ਤੋਂ ਰਿਹਾ ਨਹੀਂ ਕਰ ਦਿੱਤਾ ਜਾਂਦਾ। ਰਾਸ਼ਟਰਪਤੀ ਡੂਡਾ ਨੇ ਕਿਹਾ ਹੈ ਕਿ ਉਹ ਸਾਬਕਾ ਗ੍ਰਹਿ ਮੰਤਰੀ ਅਤੇ ਉਸ ਦੇ ਸਹਿਯੋਗੀ ਦੀ ਇੱਕ ਉੱਚ ਪ੍ਰੋਫਾਈਲ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਹੈਰਾਨ ਹਨ। ਜ਼ਿਕਰਯੋਗ ਹੈ ਕਿ ਪੋਲੈਂਡ ਦੇ ਸਾਬਕਾ ਗ੍ਰਹਿ ਮੰਤਰੀ ਨੂੰ 2 ਦਿਨ ਪਹਿਲਾਂ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਇੱਕ ਬਿਆਨ ਦੇ ਵਿੱਚ ਕਾਮਿਨਸਕੀ ਨੇ ਕਿਹਾ ਹੈ ਕਿ ਉਸਨੇ ਰਾਸ਼ਟਰਪਤੀ ਮਹਿਲ ਦੇ ਵਿੱਚ ਪੁਲਿਸ ਦੁਆਰਾ ਹਿਰਾਸਤ ਵਿੱਚ ਲਏ ਜਾਣ ਅਤੇ ਸ਼ਕਤੀ ਦੀ ਦੁਰਵਰਤੋਂ ਦੇ ਦੋਸ਼ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਬੁੱਧਵਾਰ ਨੂੰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕਾਮਿਨਸਕੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। There are people there, but these jailings are illegal. They are political prisoners in Europe. So we have war in Europe, and now we have Tusk joining the club of Putin and Lukashenko in Europe. This is scandal. When Putin invaded Ukraine, we saw lots of people were surprised. We were not so surprised in Poland as in the rest of the world. But now we have the next big surprise. This government, Tusk government, who is former president of the European Union, jailing people illegally, taking media illegally. This is catastrophe. And if they continue, so what this government has done is against the Constitution. When they grab the media, this is against Constitution. They could, if they took the time it would take, they could go down a legal path, but they chose not to. And even the Minister of Culture is saying, yes, we are now looking for ways that we can make this legal, meaning that it is illegal. They recognize this is illegal. And European Union is doing nothing. Media ਰਾਜਨੀਤਿਕ ਅਤੇ ਸ਼ਾਂਤੀ ਨਿਰਮਾਣ ਦੇ ਲਈ ਸੰਯੁਕਤ ਰਾਸ਼ਟਰ ਦੀ ਅੰਡਰ ਸੈਕਟਰੀ ਜਨਰਲ ਰੋਜ਼ਮੇਰੀ ਡੀ ਕਾਰਲੋ ਦਾ ਕਹਿਣਾ ਹੈ ਕਿ ਨਵਾਂ ਸਾਲ ਯੂਕਰੇਨ ਦੇ ਨਾਗਰਿਕਾਂ ਦੇ ਲਈ ਕੋਈ ਰਾਹਤ ਨਹੀਂ ਲੈ ਕੇ ਆਇਆ, ਸਗੋਂ ਹਾਲ ਹੀ ਦੇ ਦਿਨਾਂ ਦੇ ਵਿੱਚ ਰੂਸ ਦੇ ਵੱਲੋਂ ਯੂਕਰੇਨ ਉੱਤੇ ਹਮਲੇ ਹੋਰ ਤੇਜ਼ ਕਰ ਦਿੱਤੇ ਗਏ ਨੇ। ਉਹਨਾਂ ਰੂਸ ਦੇ ਹਮਲਿਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਹੈ ਕਿ ਖੇਤਰ ਦੇ ਵਿੱਚ ਮੁੜ ਸ਼ਾਂਤੀ ਬਹਾਲ ਕਰਨ ਲਈ ਸਾਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਇਸ ਜੰਗ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਸੁਰੱਖਿਆ ਕੌਂਸਲ ਦੀਆਂ 100 ਤੋਂ ਵੱਧ ਬੈਠਕਾਂ ਹੋ ਚੁੱਕੀਆਂ ਨੇ, ਪਰ ਸਾਰੀਆਂ ਹੀ ਬੈਠਕਾਂ ਬੇਸਿੱਟਾ ਰਹੀਆਂ। UN ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ ਦੇ ਦਫ਼ਤਰ ਦੇ ਅਨੁਸਾਰ ਇਹ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 29,579 ਲੋਕਾਂ ਦੀ ਜਾਨ ਲੈ ਚੁੱਕੀ ਹੈ। ਸੰਯੁਕਤ ਰਾਸ਼ਟਰ ਦੇ ਅੰਡਰ ਸੈਕਟਰੀ ਜਨਰਲ ਨੇ ਦੱਸਿਆ ਹੈ ਕਿ 29 ਦਸੰਬਰ ਤੋਂ 2 ਜਨਵਰੀ ਦਰਮਿਆਨ ਹਮਲਿਆਂ ਵਿੱਚ 96 ਲੋਕ ਮਾਰੇ ਗਏ ਨੇ ਅਤੇ 423 ਜ਼ਖਮੀ ਹੋਏ ਨੇ। 29 ਦਸੰਬਰ ਨੂੰ ਦੇਸ਼ ਦੇ ਵਿੱਚ ਡਰੋਨ ਹਮਲੇ ਹੋਏ ਸਨ, ਜਿਨ੍ਹਾਂ ਦੇ ਵਿੱਚ 58 ਲੋਕਾਂ ਦੀ ਮੌਤ ਹੋਈ ਸੀ ਅਤੇ 158 ਜ਼ਖਮੀ ਹੋਏ ਸਨ। ਇਹ 2023 ਦੇ ਵਿੱਚ ਇੱਕ ਦਿਨ ਵਿੱਚ ਹੋਈਆਂ ਮੌਤਾਂ ਦੀ ਸਭ ਤੋਂ ਵੱਡੀ ਗਿਣਤੀ ਹੈ।
Back here, the Security Council had a briefing on Ukraine this morning. Rosemary DiCarlo, the head of our Department of Political and Peacebuilding Affairs, told council members that in recent weeks, the country has been suffering some of the worst attacks since the beginning of the war. She added that civilians in frontline communities bear the heaviest burdens due to missile, drone, and artillery barrages. We're also on the brink of a third year of the gravest armed conflict in Europe since the Second World War. Ms. DiCarlo said the toll of this senseless war is already catastrophic and is terrifying to contemplate where it could lead us. It must stop, she said. For her part, Edem Wasumu from the Office of the Coordination of Humanitarian Affairs told members of the Security Council that across Ukraine, attacks in extreme weather that have left millions of people in a record 1,000 villages and towns without heat or electricity or water, as temperatures drop to minus 15 degrees Celsius. The scale of humanitarian needs in Ukraine remains vast. More than 14.6 million people, that's about 40% of Ukraine's total population, require some form of humanitarian assistance. All those remarks are shared with you. And if you allow me, I just want to update you on two humanitarian crises we have not spoken about in a bit. The World Food Programme today warned that Rohingya refugees continue to face crisis after crisis. In March of last year, cuts in donor funding forced the World Food Programme to reduce general food assistance voucher value to the entire Rohingya refugee population from $12 to $10 per person per month, and again to $8 per person per month in June. ਰੂਸ ਦੇ ਵਿੱਚ ਆਮ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸ ਸਮੇਂ ਰੂਸ ਅਤੇ ਯੂਕਰੇਨ ਦੇ ਵਿਚਕਾਰ ਲੜਾਈ ਖਤਰਨਾਕ ਪੱਧਰ ਉੱਤੇ ਪਹੁੰਚ ਚੁੱਕੀ ਹੈ। ਹਰ ਪਾਸੇ ਤਬਾਹੀ ਹੀ ਤਬਾਹੀ ਹੈ। 30 ਦਸੰਬਰ ਦੀ ਹੋਈ ਲੜਾਈ ਤੋਂ ਬਾਅਦ ਸਕੂਲ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਉਣ ਦੇ ਲਈ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ। ਇਸ ਸੰਬੰਧੀ ਵੇਖਦੇ ਹਾਂ ਇੱਕ ਖਾਸ ਰਿਪੋਰਟ। ਯੂਕਰੇਨ ਅਤੇ ਰਸ਼ੀਆ ਦੇ ਵਿੱਚ ਚੱਲ ਰਹੀ ਲੜਾਈ ਨੂੰ ਕਾਫੀ ਸਮਾਂ ਹੋ ਚੁੱਕਿਆ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਨੂੰ ਨਿਸ਼ਾਨਾ ਬਣਾ ਰਹੀਆਂ ਨੇ। ਅਸਮਾਨ ਦੇ ਵਿੱਚ ਗੋਲੀਆਂ ਅਤੇ ਖਤਰਨਾਕ ਮਿਜ਼ਾਈਲਾਂ ਦੀ ਆਵਾਜ਼ ਹਰ ਇੱਕ ਦੇ ਦਿਲ ਦੇ ਵਿੱਚ ਦਹਿਸ਼ਤ ਪਾ ਰਹੀ ਹੈ ਤੇ 30 ਦਸੰਬਰ ਦੇ ਹਮਲੇ ਤੋਂ ਬਾਅਦ ਯੂਕਰੇਨ ਦੇ ਨਾਲ ਲੱਗਦੀ ਸਰਹੱਦ ਦੇ ਨੇੜੇ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ ਅਤੇ ਉਹਨਾਂ ਦੇ ਮਾਪੇ ਕਾਫੀ ਚਿੰਤਾ ਵਿੱਚ ਨੇ ਤਾਂ ਕਿ ਦੋਹਾਂ ਦੇਸ਼ਾਂ ਦੀ ਲੜਾਈ ਦੇ ਵਿੱਚ ਉਹ ਆਪਣੇ ਜੀ ਨਾ ਗਵਾ ਦੇਣ। ਰੂਸ ਦੇ ਸਰਹੱਦੀ ਸ਼ਹਿਰ ਬੇਲਗੋਰੋਡ ਦੇ ਇੱਕ ਰੇਲਵੇ ਸਟੇਸ਼ਨ ਉੱਤੇ ਚਿੰਤਤ ਮਾਂ ਯੇਲੇਨਾ ਗੋਕੋਵਾ ਆਪਣੇ 10 ਸਾਲ ਦੇ ਬੱਚੇ ਨੂੰ ਵੇਖ ਰਹੀ ਹੈ ਜਿਸ ਨੂੰ ਯੂਕਰੇਨੀ ਬਲਾਂ ਦੁਆਰਾ ਹਫ਼ਤਿਆਂ ਦੇ ਘਾਤਕ ਗੋਲੀਬਾਰੀ ਵਾਲੇ ਮਾਹੌਲ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਇਹ 37 ਸਾਲਾ ਔਰਤ ਉਹਨਾਂ ਸੈਂਕੜੇ ਮਾਪਿਆਂ ਦੇ ਵਿੱਚੋਂ ਇੱਕ ਹੈ ਜੋ ਆਪਣੇ ਬੱਚਿਆਂ ਨੂੰ ਸਟੇਸ਼ਨ ਤੱਕ ਲੈ ਕੇ ਜਾ ਰਹੀ ਹੈ। ਅਧਿਕਾਰੀਆਂ ਦੁਆਰਾ ਉਹਨਾਂ ਨੂੰ ਸਰਹੱਦ ਤੋਂ ਅੱਗੇ ਬੱਚਿਆਂ ਦੇ ਕੈਂਪ ਦੇ ਵਿੱਚ ਭੇਜਣ ਦੀ ਪੇਸ਼ਕਸ਼ ਦੇ ਲਈ ਸਹਿਮਤੀ ਦਿੱਤੀ ਗਈ ਹੈ। ਪਿਛਲੇ ਸਾਲ ਫਰਵਰੀ ਦੇ ਵਿੱਚ ਮਾਸਕੋ ਦੇ ਵੱਲੋਂ ਯੂਕਰੇਨ ਉੱਤੇ ਹਮਲਾ ਸ਼ੁਰੂ ਕਰਨ ਤੋਂ ਬਾਅਦ ਇਹ ਰੂਸ ਦੀ ਧਰਤੀ ਉੱਤੇ ਨਾਗਰਿਕਾਂ ਦੀ ਵੱਡੀ ਵਾਪਸੀ ਹੈ। ਗੋਕੋਵਾ ਜਾਮਨੀ ਵੀ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਚਿੰਤਤ ਹੈ। ਉਸਨੇ AFP ਨੂੰ ਦੱਸਿਆ ਹੈ ਕਿ ਅਸੀਂ ਬੱਚਿਆਂ ਲਈ ਚਿੰਤਤ ਹਾਂ। ਯੂਕਰੇਨ ਜਿਸ ਦੇ ਆਪਣੇ ਸ਼ਹਿਰਾਂ ਉੱਤੇ ਹਮਲੇ ਹੋਏ ਨੇ ਉਹਨਾਂ ਨੇ ਮਹੀਨਿਆਂ ਤੋਂ ਬੇਲਗੋਰੋਡ ਨੂੰ ਨਿਸ਼ਾਨਾ ਬਣਾਇਆ ਹੈ ਪਰ ਪਿਛਲੇ 2 ਹਫ਼ਤਿਆਂ ਦੇ ਵਿੱਚ ਗੋਲੀਬਾਰੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਗੋਕੋਵਾ ਨੇ 30 ਦਸੰਬਰ ਦੇ ਯੂਕਰੇਨੀ ਹਮਲੇ ਤੋਂ ਬਾਅਦ ਆਪਣੇ ਬੇਟੇ ਨੂੰ ਦੂਰ ਭੇਜਣ ਦਾ ਫੈਸਲਾ ਲਿਆ। ਦੱਸ ਦਈਏ ਕਿ ਇਸ ਹਮਲੇ ਵਿੱਚ 25 ਲੋਕ ਮਾਰੇ ਗਏ ਸਨ। ਗੋਕੋਵਾ ਨੇ ਕਿਹਾ ਹੈ ਕਿ ਅਸੀਂ ਬੱਚਿਆਂ ਬਾਰੇ ਬੇਫਿਕਰ ਹੋਣਾ ਚਾਹੁੰਦੇ ਹਾਂ ਅਤੇ ਉਹਨਾਂ ਨੂੰ ਕੈਂਪ ਦੇ ਵਿੱਚ ਭੇਜਣ ਦਾ ਫੈਸਲਾ ਸਾਡੇ ਲਈ ਸੁਖਾਵਾਂ ਹੋਵੇਗਾ। ਮਾਂ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਮਾਸਕੋ ਨੇੜੇ ਕਲੂਗਾ ਖੇਤਰ ਦੇ ਵਿੱਚ ਇੱਕ ਕੈਂਪ ਦੇ ਵਿੱਚ ਜਾਵੇਗਾ। ਇਨਸਾਨ ਦੀ ਇਨਸਾਨ ਉੱਤੇ ਕਬਜ਼ਾ ਕਰਨ ਦੀ ਹਵਸ ਵਿਚਕਾਰ ਹਮੇਸ਼ਾ ਹੀ ਆਮ ਲੋਕ ਪਿਸਦੇ ਨੇ। ਵਿਸ਼ਵ ਜੰਗ ਦੇ ਵਿੱਚ ਇਸ ਦੇ ਨਤੀਜੇ ਪੂਰੀ ਦੁਨੀਆ ਵੇਖ ਚੁੱਕੀ ਹੈ ਪਰ ਗੁਜ਼ਰੇ ਹੋਏ ਵਕਤ ਤੋਂ ਕੁਝ ਸਿੱਖਣ ਦੀ ਥਾਂ ਇਹ ਲੜਾਈਆਂ ਵੱਧ ਰਹੀਆਂ ਨੇ ਤੇ ਪਤਾ ਨਹੀਂ ਆਖਿਰ ਇਹ ਲੜਾਈ ਕਿਸ ਅੰਜਾਮ ਉੱਤੇ ਜਾ ਕੇ ਮੁੱਕੇਗੀ। ਬਿਊਰੋ ਰਿਪੋਰਟ। ਇਸਲਾਮਾਬਾਦ ਹਾਈ ਕੋਰਟ ਨੇ ਸਾਈਫਰ ਮਾਮਲੇ ਵਿੱਚ ਜੇਲ੍ਹ ਦੇ ਅੰਦਰ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੈਮਰਾ ਟ੍ਰਾਇਲ ਰਾਹੀਂ ਸੁਣਵਾਈ ਉੱਤੇ ਲੱਗੀ ਰੋਕ ਨੂੰ ਵਾਪਸ ਲੈ ਲਿਆ ਹੈ ਤੇ ਨਾਲ ਹੀ ਇਸ ਮਾਮਲੇ ਵਿੱਚ 14 ਦਸੰਬਰ ਤੋਂ ਬਾਅਦ ਹੋਈਆਂ ਸਾਰੀਆਂ ਸੁਣਵਾਈਆਂ ਨੂੰ ਵੀ ਅਯੋਗ ਕਰਾਰ ਦਿੱਤਾ ਹੈ। ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਮਿਆਂਗੁਲ ਔਰੰਗਜ਼ੇਬ ਨੇ
ਇਨ ਕੈਮਰਾ ਮੁਕੱਦਮੇ ਦੇ ਖਿਲਾਫ ਇਮਰਾਨ ਖਾਨ ਦੀ ਅਪੀਲ ਉਤੇ ਸੁਣਵਾਈ ਕੀਤੀ। ਜ਼ਿਕਰਯੋਗ ਹੈ ਕਿ ਸਪੈਸ਼ਲ ਕੋਰਟ ਦੇ ਜੱਜ ਨੇ 14 ਦਸੰਬਰ ਨੂੰ ਮਾਮਲੇ ਨੂੰ ਸੰਵੇਦਨਸ਼ੀਲ ਕਰਾਰ ਦਿੰਦੇ ਹੋਏ ਕੈਮਰਾ ਟ੍ਰਾਇਲ ਰਾਹੀਂ ਸੁਣਵਾਈ ਦਾ ਹੁਕਮ ਦਿੱਤਾ ਸੀ, ਜਿਸ ਨੂੰ ਇਸਲਾਮਾਬਾਦ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਅਤੇ ਮਾਮਲੇ ਦੀ ਸੁਣਵਾਈ 11 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਪਰ ਵੀਰਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਇਸ ਉੱਤੇ ਲੱਗੀ ਰੋਕ ਹਟਾ ਦਿੱਤੀ ਹੈ ਤੇ ਉਧਰ ਦੂਜੇ ਪਾਸੇ ਪੀਟੀਆਈ ਨੇ ਜੁਡੀਸ਼ੀਅਲ ਸਿਸਟਮ ਉੱਤੇ ਵੀ ਸਵਾਲ ਚੁੱਕੇ। ਪੀਟੀਆਈ ਦਾ ਕਹਿਣਾ ਕਿ ਵਿਰੋਧੀ ਨਹੀਂ ਚਾਹੁੰਦੇ ਕਿ ਇਮਰਾਨ ਖਾਨ ਜੇਲ੍ਹ ਤੋਂ ਬਾਹਰ ਆਏ, ਜਿਸ ਕਾਰਨ ਇਮਰਾਨ ਖਾਨ ਜਦੋਂ ਵੀ ਕਿਸੇ ਕੇਸ ਵਿੱਚੋਂ ਬਰੀ ਹੁੰਦੇ ਨੇ ਤਾਂ ਉਹਨਾਂ ਨੂੰ ਕਿਸੇ ਨਵੇਂ ਝੂਠੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ। उसी के पास केस जाना, तो मेरा तो ख्याल है दोबारा भी यही होगा। वो सुनते ही नहीं है, वो जज यहाँ से हाई कोर्ट से ऑर्डर देते हैं, वो सुनते नहीं है। अगर वो नहीं सुन रहे हैं तो हमारा तो नहीं ख्याल कि उसी जज के सामने केस जाना चाहिए। ये तो ज्यादती है, इंसाफ तो नहीं मिल रहा है इमरान खान को या ना ही शान है। अटॉर्नी जनरल साहब ने तस्लीम किया कि जज साहब का 14 दिसंबर का ऑर्डर गलत था, उसके बावजूद आप समझती हैं कि अगर इन्हीं जज को बरकरार रखा जाता है तो फिर इंसाफ की तवक्को नहीं होगी? ये जज नहीं होना चाहिए। अब सबको नजर आ रहे हैं, वो दरखास्त तो दे देंगे, लेकिन अव्वल तो है ये हो क्या रहा है। पहले ये भूल जाएं कि वो जज क्या कर रहा है या दूसरा जज क्या कर रहा है या तीसरा कर रहा है। आप पहले ये देखिए, हमारे इंसाफी निज़ाम के ऊपर एक बहुत बड़ा धब्बा है, और पहले तो इस धब्बे को तो ठीक करें ना। अपने हमें निज़ाम को ठीक करना चाहिए कि ये लोगों की जिंदगियों का मजाक बना दें, जेलों के अंदर डाल के एक उनका मजाक ही बना हुआ है। 4 महीने से साइकिल के लिए जेल में बैठे रहेंगे, और उसके बाद फिर उनको एक और जैसे ही वो जज निकलता है, अगर बेल मिलती है और यहाँ से सुप्रीम कोर्ट से एक और जज वहाँ तैयार बैठा होता है उनको दोबारा जेल में रखने के लिए। सीधी सीधी बात करें कि जी हमने इसको जेल से निकालना नहीं है, और हमने हर बहाना ढूंढना है इमरान खान को जेल में रखने के लिए। 9 मई वाकयात के 12 मुकदमात में नामजद किया गया है, GHQ हमला केस में गिरफ्तार कर लिया गया है। क्या समझते हैं कि इंतखाबात से बाहर करना ही असल मकसद था और अब उनको 2 हल्कों से नाअहल भी करार दे दिया गया? अब नाअहल किया हुआ किस वजह से, क्या और कौन सा नया केस डाल देंगे कि इसलिए नाअहल किया हुआ? ये मजाक बना दिया है, ये जुडिशियल सिस्टम का भी मजाक है। और मेरा ख्याल है जजेस को खड़े हो जाना चाहिए कि हम अपना पहले निज़ाम तो बचा लें, नहीं तो 24 करोड़ जो पाकिस्तान के लोग हैं, मेरे समय मुझे तो डर लग रहा है कि अगर कहीं इंसाफ की जरूरत पड़ती है, हम इनके दरवाजा खटखटाएंगे तो हमें क्या मिलेगा, क्या उसके बदले में? जिसका दिल करे हमारे ऊपर कोई बहुत बड़ा कोई माफिया आके कहे कि जी मेरी ये मर्जी है, और वो जजमेंट्स उसके मुताबिक चलना शुरू हो जाएंगी। तो ये अगर एक नवाज शरीफ के लिए तो हमने वो भी एक मजाक देख लिया था यहाँ कोर्ट्स में, मतलब जिस तरह उनकी यहाँ रिसेप्शन हो रही थी और जिस तरह उनको यहाँ मतलब मुझे तो लग रहा है कि वो तो लग रहा था प्राइम मिनिस्टर के मजाक इलेक्शन से करने की जरूरत नहीं है, सीधा प्राइम मिनिस्टर हाउस में जाकर उनको बैठा दें और इमरान खान को छोड़ दें। यही अगर उनका मकसद है ये सारी चीज करने का। अच्छा मैडम, इमरान खान के बगैर बल्ला तो मिल गया है, तो आप समझती हैं उनके बगैर बल्ले की कामयाबी होगी? मैं आपसे एक सवाल पूछती हूँ, पहले बल्ला लिया क्यों गया? लोगों के कागज क्यों छीने जा रहे हैं? लोगों के साथ जुल्म क्यों किया जा रहा है? हमें ये सवाल पूछना चाहिए कि बल्ला मिलना कोई पता नहीं है, बल्ला लेने का मकसद क्या था? इलेक्शन कमीशन की भी वही सिचुएशन है, जो जज की सिचुएशन है। वो जो उनका दिल करता है वो कौन सी कॉन्स्टिट्यूशन के ऊपर चल रहे हैं? ਇਜ਼ਰਾਈਲ ਉੱਤੇ ਹਮਾਸ ਦੇ ਹਮਲੇ ਅਤੇ ਉਸ ਤੋਂ ਬਾਅਦ ਗਾਜ਼ਾ ਪੱਟੀ ਉੱਤੇ ਇਜ਼ਰਾਈਲੀ ਫੌਜ ਦੇ ਜਵਾਬੀ ਹਮਲੇ ਨੂੰ 3 ਮਹੀਨੇ ਬੀਤ ਚੁੱਕੇ ਨੇ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ਉੱਤੇ ਕਬਜ਼ੇ ਨੂੰ ਲੈ ਕੇ ਆਪਣਾ ਰੁਖ ਸਪਸ਼ਟ ਕੀਤਾ। ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਦਾ ਗਾਜ਼ਾ ਉੱਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਜਾਂ ਨਾਗਰਿਕਾਂ ਨੂੰ ਉਜਾੜਨ ਦਾ ਕੋਈ ਇਰਾਦਾ ਨਹੀਂ ਹੈ। ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਨੇ ਗਾਜ਼ਾ ਪੱਟੀ ਵਿੱਚ ਕੀਤੇ ਗਏ ਇਸ ਕਤਲੇਆਮ ਲਈ ਇਜ਼ਰਾਈਲ ਦੇ ਖਿਲਾਫ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਅਦਾਲਤ ਵਿੱਚ ਕੇਸ ਸ਼ੁਰੂ ਕੀਤਾ ਹੈ। ਹਾਲਾਂਕਿ ਇਜ਼ਰਾਈਲ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮੈਂ ਕੁਝ ਚੀਜ਼ਾਂ ਨੂੰ ਬਿਲਕੁਲ ਸਪਸ਼ਟ ਕਰਨਾ ਚਾਹੁੰਦਾ ਹਾਂ। ਇਜ਼ਰਾਈਲ ਦਾ ਗਾਜ਼ਾ ਉੱਤੇ ਪੱਕੇ ਤੌਰ ਤੇ ਕਬਜ਼ਾ ਕਰਨ ਜਾਂ ਉਸ ਦੀ ਨਾਗਰਿਕ ਆਬਾਦੀ ਨੂੰ ਉਜਾੜਨ ਦਾ ਕੋਈ ਇਰਾਦਾ ਨਹੀਂ ਹੈ। ਗਾਜ਼ਾ ਦਾ ਟੀਚਾ ਹਮਾਸ ਦੇ ਲੜਾਕਿਆਂ ਨੂੰ ਨਿਸ਼ਾਨਾ ਬਣਾਉਣਾ ਹੈ, ਨਾ ਕਿ ਫਲਸਤੀਨੀ ਆਬਾਦੀ ਨੂੰ। ਉਨ੍ਹਾਂ ਕਿਹਾ ਹੈ ਕਿ ਅਸੀਂ ਅਜਿਹਾ ਅੰਤਰਰਾਸ਼ਟਰੀ ਕਾਨੂੰਨ ਦੀ ਪੂਰੀ ਪਾਲਣਾ ਕਰਦੇ ਹੋਏ ਕਰ ਰਹੇ ਹਾਂ। ਇਜ਼ਰਾਈਲੀ ਫੌਜ ਨਾਗਰਿਕਾਂ ਦੀ ਮੌਤ ਨੂੰ ਘੱਟ ਤੋਂ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਹਮਾਸ ਫਲਸਤੀਨੀ ਮੌਤਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨੇਤਨਯਾਹੂ ਨੇ ਕਿਹਾ ਹੈ ਕਿ ਹਮਾਸ ਫਲਸਤੀਨੀ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਿਹਾ ਹੈ। ਗਾਜ਼ਾ ਦੇ ਸਿਹਤ ਵਿਭਾਗ ਅਨੁਸਾਰ ਇਜ਼ਰਾਈਲੀ ਹਮਲੇ ਵਿੱਚ ਫਲਸਤੀਨੀਆਂ ਦੀ ਮੌਤ ਦੀ ਗਿਣਤੀ 23,357 ਹੋ ਚੁੱਕੀ ਹੈ। ਇਸ ਦੇ ਨਾਲ ਹੀ ਗਾਜ਼ਾ ਦੀ 2.3 ਮਿਲੀਅਨ ਆਬਾਦੀ ਵਿੱਚੋਂ ਲਗਭਗ 1.9 ਮਿਲੀਅਨ ਲੋਕ ਬੇਘਰ ਹੋ ਚੁੱਕੇ ਨੇ। I want to make a few points absolutely clear. Israel has no intention of permanently occupying Gaza or displacing its civilian population. Israel is fighting Hamas terrorists, not the Palestinian population. And we are doing so in full compliance with international law.
The IDF is doing its utmost to minimize civilian casualties, while Hamas is doing its utmost to maximize them by using Palestinian civilians as human shields. The IDF urges Palestinian civilians to leave war zones by disseminating leaflets, making phone calls, providing safe passage corridors, while Hamas prevents Palestinians from leaving at gunpoint and often with gunfire. Our goal is to rid Gaza of Hamas terrorists and free our hostages. Once this is achieved, Gaza can be demilitarized and de-radicalized, thereby creating a possibility for a better future for Israel and Palestinians alike. ਭਾਰਤ ਵਿੱਚ ਆਰਥਿਕ ਹਾਲਾਤ ਕਾਫੀ ਖਰਾਬ ਨੇ, ਜਿਸ ਕਾਰਨ ਇੱਥੋਂ ਦੇ ਨੌਜਵਾਨ ਰੁਜ਼ਗਾਰ ਨਾ ਮਿਲਣ ਦੇ ਦੁੱਖੋਂ ਪ੍ਰਵਾਸ ਕਰਦੇ ਨੇ, ਵਿਦੇਸ਼ਾਂ ਵੱਲ ਰੁਖ ਕਰਦੇ ਨੇ ਤੇ ਇਹਨਾਂ ਪ੍ਰਵਾਸ ਕਰਨ ਵਾਲਿਆਂ ਦੇ ਵਿੱਚ ਵੱਡੀ ਗਿਣਤੀ ਪੰਜਾਬ ਦੇ ਨੌਜਵਾਨਾਂ ਦੀ ਹੈ ਤੇ ਕਈ ਵਾਰ ਪੰਜਾਬ ਦੇ ਨੌਜਵਾਨ ਗਲਤ ਰਾਹ ਪੈ ਕੇ ਆਪਣੀ ਜਾਨ ਗਵਾ ਲੈਂਦੇ ਨੇ। ਗੱਲ ਕਰਦੇ ਹਾਂ ਕੁਝ ਟਰੈਵਲ ਏਜੰਟਾਂ ਦੀ, ਜਿਨ੍ਹਾਂ ਦੇ ਵੱਲੋਂ ਨੌਜਵਾਨਾਂ ਨੂੰ ਵੱਡੇ ਵੱਡੇ ਸੁਪਨੇ ਵਿਖਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਨੇ। ਪਠਾਨਕੋਟ ਦੇ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਨੌਜਵਾਨ ਡੋਂਕੀ ਲਗਾ ਕੇ ਅਮਰੀਕਾ ਗਿਆ ਸੀ, ਜਿਸ ਤੋਂ ਬਾਅਦ ਉਹ ਪਨਾਮਾ ਦੇ ਜੰਗਲਾਂ ਵਿੱਚ ਗੁੰਮ ਹੋ ਗਿਆ ਤੇ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਉਸਨੇ ਪਿਛਲੇ ਮਹੀਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਖਰੀ ਵਾਰ ਗੱਲ ਕੀਤੀ ਸੀ। ਫਿਰ ਕੋਈ ਗੱਲਬਾਤ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਪਠਾਨਕੋਟ ਪੁਲਿਸ ਨੂੰ ਕੀਤੀ। ਨੌਜਵਾਨ ਦੇ ਲਾਪਤਾ ਹੋਣ ਕਾਰਨ ਉਸਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਘਰ ਦਾ ਮਾਹੌਲ ਇੰਨਾ ਗਮਗੀਨ ਹੈ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਦੇ ਪਿਤਾ ਜੋਗਿੰਦਰ ਸਿੰਘ ਫੁੱਟ ਕੇ ਰੋਣ ਲੱਗ ਪਏ। ਨੌਜਵਾਨ ਜਗਮੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਜਗਮੀਤ ਨੇ MBA ਕੀਤੀ ਸੀ ਅਤੇ ਅਮਰੀਕਾ ਜਾਣ ਲਈ ਜ਼ਿੱਦ ਉੱਤੇ ਅੜਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਇੱਕ ਏਜੰਟ ਨਾਲ ਜਗਮੀਤ ਨੂੰ ਅਮਰੀਕਾ ਭੇਜਣ ਲਈ 45.5 ਲੱਖ ਰੁਪਏ ਦੇ ਵਿੱਚ ਗੱਲ ਹੋਈ ਸੀ, ਜਿਸ ਦੇ ਵਿੱਚੋਂ 15 ਲੱਖ ਰੁਪਏ ਉਹਨਾਂ ਨੇ ਐਡਵਾਂਸ ਹੀ ਦੇ ਦਿੱਤੇ ਸਨ। ਇਹ ਨਵੰਬਰ ਵਿੱਚ ਸਟਾਰਟ ਗੱਲ ਕੀਤੀ ਇਹਨਾਂ ਨੇ ਵੀ ਕਿਤੇ ਪਤਾ ਲੱਗਾ ਕਿ ਇਹ ਜਿਹੜਾ ਏਜੰਟ ਆ ਬੱਚੇ ਕਾਫੀ ਭੇਜਦਾ ਵਾ ਅਤੇ ਬੱਚੇ ਸਾਡੇ ਦਾ ਇੰਟਰਸਟ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਕਿਤੇ ਇੱਥੇ ਨੌਕਰੀ ਦੀ ਉਹਨੇ ਬਹੁਤ ਟਰਾਈ ਕੀਤੀ। MBA ਪਾਸ ਸੀਗਾ, ਚੰਗਾ ਇੰਟੈਲੀਜੈਂਟ ਬੱਚਾ ਸੀਗਾ, ਉੱਦਾਂ ਵੀ ਵਧੀਆ ਸੀਗਾ ਅਤੇ ਬੜੀ ਕੋਸ਼ਿਸ਼ ਉਹਨੇ ਦੇਖ ਕੇ ਇੱਧਰ ਉੱਧਰ ਬੱਚਿਆਂ ਵੱਲ ਅਤੇ ਆਪ ਵੀ ਉਹਨੇ ਮਨ 'ਚ ਬਿਠਾ ਲਿਆ ਕਿ ਮੈਂ ਅਮਰੀਕਾ ਜਾਣਾ। ਅਤੇ ਭਾਜੀ ਕਾਨੂੰਗੋ ਸੀ ਇਹਨਾਂ ਨੇ ਸਮਝਾਇਆ ਆਪਾਂ ਤੇ ਵੀ ਤੂੰ ਬੱਚੇ ਇੱਥੇ ਬਹੁਤ ਕੁਝ ਆ, ਆਪਾਂ ਮਿਹਨਤ ਕਰਾਂਗੇ ਅਤੇ ਜ਼ਿੰਦਗੀ ਜਿਉਣੀ ਆ, ਨਾ ਕਿ ਅਸੀਂ ਪੈਸੇ ਦੀ ਦੌੜ। ਪਰ ਉਹ ਬੱਚੇ ਦੇ ਮਨ 'ਚ ਵੀ ਆਇਆ ਵੀ ਨਹੀਂ। ਭਾਜੀ ਨਾਲ ਉਹ ਏਜੰਟ ਦਾ ਪਤਾ ਜਿਹੜਾ ਭੇਜਦਾ ਸੀਗਾ ਉਹਦੇ ਨਾਲ ਗੱਲ ਹੋਈ ਅਤੇ ਬਸ ਇਹਨਾਂ ਨੇ ਉਹ ਪ੍ਰੋਸੀਜਰ ਸਟਾਰਟ ਕਰਵਾ ਦਿੱਤਾ ਅਤੇ ਅੱਜ ਤੱਕ ਉਹ ਆਈ ਝਾਂਸੇ ਦੇ ਫਸੇ। ਕਿੰਨੇ ਪੈਸੇ ਨਾਲ ਸਾਰੀ ਗੱਲਬਾਤ ਹੋਈ ਸੀ? ਇਹ 45.5 ਲੱਖ ਦੀ ਗੱਲ ਦੱਸਦੇ ਸੀ ਹੋਈ ਸੀਗੀ ਅਤੇ ਇਹਨਾਂ ਨੇ 15 ਲੱਖ ਜਿੱਦਣ ਉਹ ਕਾਰਵਾਈ ਉਹ ਵੀਜ਼ੇ ਵੂਜੇ ਆਏ ਉਹਦੇ 15 ਲੱਖ ਐਡਵਾਂਸ ਵੀ ਭਾਜੀ ਕੋਲ ਆਏ ਦਿੱਤੇ ਰਹਿੰਦੇ ਸੀ, ਪਠਾਨਕੋਟ ਤੋਂ ਲਿਆ ਉਹਨਾਂ ਕੋਲ ਅਤੇ ਕਹਿੰਦੇ ਜੀ ਬੱਚਾ ਟਾਈਮ 15 ਦਿਨਾਂ 'ਚ ਪਹੁੰਚ ਜਾਏਗਾ, ਜੋ ਕਿ ਤੁਸੀਂ ਦੇਖੋਗੇ ਨਵੰਬਰ ਤੋਂ ਸਟਾਰਟ ਹੋ ਗਏ ਹੁਣ ਜਨਵਰੀ ਆ ਅਤੇ ਅੱਜ ਤੱਕ ਨਹੀਂ ਸਾਨੂੰ ਬੱਚਾ ਸਾਡਾ ਮਿਲਿਆ। ਅਤੇ ਜਿਹੜਾ ਲਾਸਟ ਲੋਕੇਸ਼ਨ ਉਹਨਾਂ ਦੀ ਟਰੇਸ ਹੋਈ ਆ ਕੋਲੰਬੀਆ ਦੀ, ਜੋ ਕਿ ਭਾਜੀ ਦੱਸਦੇ ਕਿ ਬਿਲਕੁਲ ਵੀ ਇਹ ਗੱਲ ਨਹੀਂ ਸੀ ਕੀਤੀ ਹੋਈ ਵੀ ਉਹ ਜਾਂ ਪਨਾਮਾ ਦੇ ਜੰਗਲਾਂ ਥਾਣੀ ਜਾਵੇ ਅਤੇ ਇਹ ਧੋਖਾ ਸਾਡੇ ਨਾਲ ਕੀਤਾ ਉਹਨੇ ਬਹੁਤ ਵੱਡਾ। ਜਿਹੜਾ ਕੋਲੰਬੀਆ ਪਹੁੰਚ ਕੇ ਫਿਰ ਉਹਨੂੰ ਜੰਗਲਾਂ ਰਾਹੀਂ ਜਿਹੜਾ ਤੋੜ ਦਿੱਤਾ ਗਿਆ ਜਾਂ ਕੀ? ਹਾਂ ਸੁਣ 'ਚ ਦੇਖੋ ਜੀ, ਹਾਂ ਇਹੀ ਸੁਣ 'ਚ ਆਇਆ ਜੋ ਵੀ ਬੱਚਿਆਂ ਦੇ ਵੀ ਉੱਧਰ ਨੂੰ ਤੋੜ ਦਿੱਤੇ ਅਤੇ ਅਸੀਂ ਤਾਂ ਕਦੇ ਵੀ ਨਹੀਂ ਮੰਨਦੇ, ਨਾ ਹੀ ਸਾਡੇ 'ਚ ਇੰਨੀ ਹਿੰਮਤ ਹੀ ਬੱਚੇ ਨੂੰ ਉੱਧਰ ਨੂੰ ਤੋਰਨ ਦੀ। ਦੇਖੋ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਕੋਲੰਬੀਆ ਅੱਗੇ ਪਨਾਮਾ ਦੇ ਜੰਗਲ ਆ, ਅਸੀਂ ਏਜੰਟ ਨਾਲ ਭਾਜੀ ਨੇ ਗੱਲ ਕੀਤੀ ਹੈ, ਬੜੇ ਜ਼ੋਰ ਦੇ ਕੇ ਗੱਲ ਕੀਤੀ। ਸਾਡੇ ਬੱਚਾ ਸੀਗਾ ਸਾਡਾ ਇੱਕ ਅਮਰੀਕਾ 'ਚ ਵੀ ਸੀ, ਪਹਿਲੇ ਸਾਡਾ ਭਾਣਜਾ ਸੀਗਾ, ਉਹਨੇ ਜ਼ੋਰ ਦੇ ਕੇ ਕਿਹਾ ਵੀ ਮਾਮਾ ਜੀ ਬਿਲਕੁਲ ਨਹੀਂ ਭੇਜਣਾ, ਇਹਨੂੰ ਇੱਥੇ ਰੋਕ ਦਿਓ। ਅਤੇ ਅਸੀਂ ਉਸ ਵੇਲੇ ਹੀ ਏਜੰਟ ਨਾਲ ਗੱਲ ਕੀਤੀ ਭਾਜੀ ਨੇ ਵੀ ਸਾਡਾ ਬੱਚਾ ਤੂੰ ਪਨਾਮਾ ਦੇ ਜੰਗਲਾਂ ਥਾਣੀ ਨਹੀਂ ਭੇਜਣਾ, ਸਾਡਾ ਬੱਚਾ ਤੂੰ ਵਾਪਸ ਭੇਜ ਦੇ। ਪਰ ਕਹਿੰਦਾ ਜੀ ਤੁਸੀਂ ਮੇਰੇ 'ਤੇ ਵਿਸ਼ਵਾਸ ਕਰੋ, ਮੈਂ ਦੋ ਮਤਲਬ ਕੀ ਕਹਿੰਦੇ ਆ 2 ਘੰਟੇ ਤੁਰਨ ਦੀ ਵਾਲੀ ਗੱਲ ਵਾ। ਅਤੇ ਫਿਰ ਵੀ ਭਾਜੀ ਤਾਂ ਨਹੀਂ ਮੰਨਦੇ ਇਹ ਗੱਲ ਤੂੰ ਵੀ ਨਹੀਂ ਤੂੰ ਭੇਜ ਦੇ ਯਾਰ, ਕੋਈ ਪਤਾ ਨਹੀਂ ਹੁੰਦਾ ਇਹ ਗੱਲ ਦਾ। ਕਹਿਣ ਦੇ ਬਾਵਜੂਦ ਉਹਨੇ ਭੇਜਦਾ ਤੁਹਾਡੇ ਨਾਲ ਵੱਡਾ ਧੋਖਾ ਕੀਤਾ, ਜਿਹੜਾ ਕਿ ਅਸੀਂ ਸ਼ਾਇਦ ਸਾਰੀ ਆਈ ਤੇ ਕਹਿੰਦੇ ਹਾਂ ਪਰਮਾਤਮਾ ਅੱਗੇ ਅਰਦਾਸਾਂ ਕਰਕੇ ਥੱਕ ਗਏ ਵੀ ਸਾਡਾ ਬੱਚਾ ਸਾਨੂੰ ਮਿਲ ਜੇ। ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰ ਲੈਂਦੇ ਹਾਂ ਹੈਡਲਾਈਨਸ ਉੱਤੇ।
ਇਜ਼ਰਾਈਲ ਨੇ ਖਾਨ ਯੂਨਿਸ ਅਤੇ ਮੱਧ ਗਾਜ਼ਾ ਦੇ ਵਿੱਚ ਆਪਣੀ ਫੌਜੀ ਕਾਰਵਾਈ ਨੂੰ ਕੀਤਾ ਹੋਰ ਤੇਜ਼। ਜੰਗ ਕਾਰਨ ਹੁਣ ਤੱਕ 23,357 ਲੋਕਾਂ ਦੀ ਮੌਤ ਦੀ ਹੋ ਚੁੱਕੀ ਹੈ ਪੁਸ਼ਟੀ। ਨੇਤਨਯਾਹੂ ਨੇ ਹਮਾਸ ਉੱਤੇ ਫਲਸਤੀਨੀਆਂ ਨੂੰ ਮਨੁੱਖੀ ਢਾਲ ਵਜੋਂ ਵਰਤਣ ਦਾ ਲਾਇਆ ਹੈ ਦੋਸ਼। ਇਕਵਾਡੋਰ ਦੇ ਵਿੱਚ ਸਰਕਾਰ ਅਤੇ ਡਰੱਗ ਮਾਫੀਆ ਦੇ ਵਿਚਕਾਰ ਖਿੱਚੋਤਾਣ ਜਾਰੀ। ਹਾਲਾਤ ਕਾਬੂ ਤੋਂ ਬਾਹਰ, ਆਮ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ। ਨਵੇਂ ਸਾਲ ਦੇ ਵਿੱਚ ਰੂਸ ਨੇ ਯੂਕਰੇਨ ਉੱਤੇ ਆਪਣੇ ਹਮਲਿਆਂ ਨੂੰ ਕੀਤਾ ਹੋਰ ਤੇਜ਼। ਜੰਗ ਕਾਰਨ ਹੋ ਰਹੀਆਂ ਆਮ ਲੋਕਾਂ ਦੀਆਂ ਮੌਤਾਂ ਉੱਤੇ UN ਨੇ ਪ੍ਰਗਟਾਈ ਚਿੰਤਾ। ਪਾਕਿਸਤਾਨ ਦੇ ਇੱਕ ਹਾਈ ਕੋਰਟ ਨੇ ਸਾਈਫਰ ਮਾਮਲੇ ਦੇ ਵਿੱਚ ਕੈਮਰਾ ਟ੍ਰਾਇਲ ਰਾਹੀਂ ਸੁਣਵਾਈ ਉੱਤੇ ਲੱਗੀ ਰੋਕ ਨੂੰ ਹਟਾਇਆ। 14 ਦਸੰਬਰ ਤੋਂ ਬਾਅਦ ਹੋਈਆਂ ਸਾਰੀਆਂ ਸੁਣਵਾਈਆਂ ਨੂੰ ਦਿੱਤਾ ਅਯੋਗ ਕਰਾਰ। ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਇੰਨਾ ਹੀ। ਤੇ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।